ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਕੀਤੀ ਗਈ ਕਿ ਇੱਥੇ ਉਹੀ ਮਤਲਬ ਕਰਮਚਾਰੀ ਰੱਖੇ ਗਏ ਜਿਹੜੇ ਕਿ ਸਿੱਖੀ ਸਰੂਪ ਵਾਲੇ ਸਨ। 1980 ਤੱਕ ਸਮੁੱਚੇ ਪੰਜਾਬ ਐਂਡ ਸਿੰਧ ਬੈਂਕ ਦਾ ਸਾਰੇ ਦੇਸ਼ ਵਿੱਚ ਇਵਨ ਵਿਦੇਸ਼ਾਂ ਵਿੱਚ ਵੀ ਜਿਹੜੇ EMPLOYEE ਸਨ ਉਹ ਜਿਹੜੇ ਸਾਰੇ ਸਿੱਖੀ ਸਰੂਪ ਵਾਲੇ ਸਨ। ਇਹ ਵੀ ਸਵਾਲ ਬਣਦਾ ਵੀ ਪੰਜਾਬ ਐਂਡ ਸਿੰਧ ਕਿਵੇਂ ਸਿੱਖੀ ਦਾ ਜਿਹੜਾ ਬਹੁਤਾ ਧਨਵਾਨ ਹਿੱਸਾ ਜਿਹੜਾ ਹੈਗਾ ਉਹ ਸਿੰਧ ਵਿੱਚ ਰਹਿੰਦਾ ਸੀਗਾ। ਸਿੰਧ ਦੇ ਲੋਕੀ ਜਿਹੜੇ ਸੀਗੇ ਉਹ ਧਨਵਾਨ ਸਨ, ਪੈਸੇ ਵਾਲੇ ਸਨ। ਸੋ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਨਾਂ ਰੱਖਣ ਵਾਸਤੇ ਤਾਂ ਕਿ ਇਹ ਬੈਂਕ ਜਿਹੜਾ ਹੈਗਾ ਆਰਥਿਕ ਪੱਖੋਂ ਪ੍ਰਫੁੱਲਿਤ ਹੋ ਸਕੇ, ਇਹਨਾਂ ਨੇ ਇਹਦਾ ਨਾਂ ਹੀ ਪੰਜਾਬ ਐਂਡ ਸਿੰਧ ਬੈਂਕ ਰੱਖਿਆ। ਜਦੋਂ ਗੱਲ ਕਰਦੇ ਆ ਤਾਂ ਪੰਜਾਬ ਐਂਡ ਸਿੰਧ ਬੈਂਕ ਦੇ ਕਿੰਨੇ ਕੁ ਸਿੱਖ ਸੀਗੇ, ਕਿਉਂਕਿ ਸਿੱਖਾਂ ਨੇ ਬਣਾਇਆ ਸੀਗਾ, ਇੱਕ ਸੋਚ ਵੀ ਸੀਗੀ ਜਿਹੜੀ ਅਸੀਂ ਸੁਣਦੇ ਆਏ ਹਾਂ ਵੀ ਕਿੰਨੇ ਕੁ ਸਿੱਖਾਂ ਦੇ ਲਈ ਨੌਕਰੀ ਦੇ ਜਿਹੜੇ ਸੀਗੇ ਉਹ ਮੌਕੇ ਪੈਦਾ ਕੀਤੇ, ਰੁਜ਼ਗਾਰ ਉਹਨਾਂ ਨੂੰ। ਖਾਸ ਤੌਰ ਤੇ ਮੈਂ ਡਾਕਟਰ ਇੰਦਰਜੀਤ ਸਿੰਘ ਗੁਰਾਂ ਦਾ ਮਤਲਬ ਸਮਾਂ ਦੇਖਿਆ ਹੋਇਆ। ਉਹਨਾਂ ਦਾ ਤਾਂ ਇੱਕੋ ਹੀ ਸਕੂਲ ਸੀਗਾ ਕਿ ਬੱਚਾ ਡਿਜ਼ਰਵ ਕਰਦਾ ਹੋਣਾ ਚਾਹੀਦਾ, ਉਹ ਕੁਆਲੀਫਾਈਡ ਹੋਣਾ ਚਾਹੀਦਾ, ਐਲੀਜੀਬਿਲਟੀ ਉਹਦੀ ਹੋਣੀ ਚਾਹੀਦੀ ਹੈ। ਜੇ ਉਹਦੀ ਐਲੀਜੀਬਿਲਟੀ ਹੈ, ਉਹ ਮਤਲਬ ਸ਼ਰਤਾਂ ਪੂਰੀਆਂ ਕਰਦਾ ਹੈ, ਤਾਂ ਉਸ ਨੂੰ ਮਤਲਬ ਕਿ ਉਹ ਬੈਂਕ ਦੇ ਵਿੱਚ ਨੌਕਰੀ ਰੱਖਣ ਤੋਂ ਕੋਈ ਗੁਰੇਜ਼ ਨਹੀਂ ਕਰਦੀ। 1947 ਤੋਂ ਬਾਅਦ ਕਿਉਂਕਿ ਇਹਦੀਆਂ 8 ਬ੍ਰਾਂਚਾਂ ਜਿਹੜੀਆਂ ਸੀਗੀਆਂ ਉਹ ਪਾਕਿਸਤਾਨ ਚਲੇ ਗਈਆਂ ਔਰ 2 ਹੀ ਸਿਰਫ ਪੰਜਾਬ ਦੇ ਵਿੱਚ ਜਿਹੜਾ ਹਿੰਦੁਸਤਾਨ ਦੇ ਨਾਲ ਜੁੜੀਆਂ, ਤਾਂ ਉਦੋਂ ਫਿਰ ਦੁਬਾਰਾ ਤੋਂ ਫਿਰ ਕਿਵੇਂ ਖੜੀ ਹੋਈ ਪੰਜਾਬ ਐਂਡ ਸਿੰਧ ਬੈਂਕ? ਡਾਕਟਰ ਬਲਬੀਰ ਸਿੰਘ ਦੀ ਇੱਕ ਬਹੁਤ ਵੱਡੀ ਦੂਰਅੰਦੇਸ਼ੀ ਸੀ ਕਿ ਉਹਨਾਂ ਨੇ ਉਹ ਸਾਰਾ ਜਿਹੜਾ ਸਮਾਨ ਜਿਹੜਾ ਬਚਦਾ ਸੀਗਾ ਉਹ ਸਾਰਾ ਮਤਲਬ ਕਿ ਇਹਦਾ ਹੈੱਡਕੁਆਟਰ ਅੰਮ੍ਰਿਤਸਰ ਬਦਲ ਕੇ ਦੇਹਰਾਦੂਨ ਬਣਾ ਰਿਹਾ ਸੀਗਾ। ਦੇਹਰਾਦੂਨ ਬਣਾਉਣ ਕਰਕੇ ਮਤਲਬ ਹੈੱਡਕੁਆਟਰ ਹੋਣ ਕਰਕੇ ਇੱਕ ਤਾਂ ਡਾਕਟਰ ਬਲਬੀਰ ਸਿੰਘ ਆਪ ਖੁਦ ਉੱਥੇ ਰਹਿੰਦੇ ਸਨ ਅਤੇ ਇੱਕ ਹੈੱਡਕੁਆਟਰ ਉੱਥੇ ਬਣ ਗਿਆ, ਅਤੇ ਉਹਦੇ ਨਾਲ ਇਹਦਾ ਜਿਹੜਾ ਇੱਕ ਤਾਂ ਦਾਇਰਾ ਜਿਹੜਾ ਸੀਗਾ ਉਹ ਪੰਜਾਬ ਤੋਂ ਨਿਕਲ ਕੇ ਬਾਹਰ ਸਾਰੇ ਦੇਸ਼ ਵਿੱਚ ਫੈਲ ਗਿਆ। ਸੋ ਉਹਦੇ ਨਾਲ ਮਤਲਬ ਕਿ ਇਹ ਬੈਂਕ ਜਿਹੜਾ ਸੀਗਾ ਇਕੱਲੀਆਂ 2 ਸ਼ਾਖਾਵਾਂ ਨਹੀਂ ਰਹਿ ਗਈਆਂ। ਮੇਰੇ ਖਿਆਲ 'ਚ ਹੌਲੀ ਹੌਲੀ ਇਹ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਆਪਣਾ ਇੱਕ ਨਾਮ ਜਿਹੜਾ ਵੱਖਰਾ ਬਣਾ ਗਿਆ, ਆਪਣੀ ਯੋਗਤਾ ਕਾਰਨ, ਹਾਂਜੀ, ਅਤੇ ਆਪਣੇ ਵਿਵਹਾਰ ਕਾਰਨ। ਕਿਉਂਕਿ ਇਹਦਾ ਵਿਵਹਾਰ ਜਿਹੜਾ ਸੀਗਾ, ਇਹਦੇ ਜਿਹੜੇ ਆਪਣਾ ਸੰਚਾਲਕ ਸਨ, ਉਹਨਾਂ ਦੀ ਜਿਹੜੀ ਇਹ ਸੋਚ ਸੀ, ਉਹਨਾਂ ਦਾ ਕੰਮ ਕਰਨ ਦਾ ਢੰਗ ਸੀਗਾ, ਉਹ ਲੋਕ ਪੱਖੀ ਜ਼ਿਆਦਾ ਸੀ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਐਂਡ ਸਿੰਧ ਬੈਂਕ ਦੀ, ਜਿਸ ਨੂੰ ਸਿੱਖਾਂ ਨੇ, ਅਸੀਂ ਕਹਿ ਲਈਏ ਵੀ ਜਿਵੇਂ ਇੱਕ ਛੋਟਾ ਬੱਚਾ ਜੰਮਦਾ ਹੈ ਉਸਨੂੰ ਪਾਲਦੇ ਪਲੋਸਦੇ ਨੇ, ਵੱਡਾ ਕਰਦੇ ਨੇ, ਔਰ ਫਿਰ ਉਹ ਸਪੁਰਦ ਹੋ ਗਿਆ ਭਾਰਤ ਸਰਕਾਰ ਨੂੰ। ਭਾਰਤ ਸਰਕਾਰ ਨੇ ਉਸਨੂੰ ਆਪਣੇ ਦਾਇਰੇ ਦੇ ਅੰਦਰ ਲੈ ਲਿਆ। ਤਾਂ ਇਸ ਪੰਜਾਬ ਐਂਡ ਸਿੰਧ ਬੈਂਕ ਦਾ ਸ਼ੁਰੂਆਤੀ ਦੌਰ ਕੀ ਸੀਗਾ, ਕਦੋਂ ਸਰਕਾਰ ਇਸ ਨੂੰ ਆਪਣੇ ਅੰਦਰ ਸਮੇਟ ਲੈਂਦੀ ਹੈ, ਕੇਂਦਰੀਕਰਨ ਹੋ ਜਾਂਦਾ ਹੈ, ਤਾਂ ਹੁਣ ਹਾਲਾਤ ਕੀ ਨੇ ਪੰਜਾਬ ਐਂਡ ਸਿੰਧ ਬੈਂਕ ਦੇ, ਤਾਂ ਸਿੱਖਾਂ ਦੇ ਮਨਾਂ ਦੇ ਵਿੱਚ ਕੀ ਰੋਸ ਹੈ ਜਿਸ ਨੇ ਸਿੱਖਾਂ ਨੂੰ ਬਹੁਤ ਵੱਡੇ ਪੱਧਰ 'ਤੇ ਰੁਜ਼ਗਾਰ ਦਿੱਤਾ ਸੀਗਾ। ਇਸ ਪੰਜਾਬ ਐਂਡ ਸਿੰਧ ਬੈਂਕ ਦਾ ਹਰ ਉਹ ਪਲ, ਹਰ ਉਹ ਗੱਲ ਜੋ ਸ਼ੁਰੂਆਤੀ ਦੌਰ ਤੋਂ ਚੱਲ ਰਹੀ ਹੈ, ਉਹਦੀ ਸਾਂਝ ਅਸੀਂ ਪਾਉਂਦੇ ਹਾਂ ਡਾਕਟਰ ਜਸਵੀਰ ਸਿੰਘ ਹੁਣਾਂ ਦੇ ਨਾਲ ਜੋ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਕੇ TV ਤੇ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ ਤੁਹਾਡੀ ਜੀ। ਤੁਸੀਂ ਬਹੁਤ ਅੱਛਾ ਇੱਕ ਜਿਹੜਾ ਹੈਗਾ ਮੁੱਦਾ ਇਹ ਲਿਆ ਕਿ ਕਿਸ ਤਰ੍ਹਾਂ ਮਤਲਬ ਕਿ ਅਜੋਕੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈ ਕਿ ਇਸ ਕੌਮ ਦੀ ਜਿਹੜੀ ਹੈਗੀ ਹੈ ਕਿਰਤ ਵਾਲੀ ਜਿਹੜੀ ਇਹਦੀ ਆਰਥਿਕਤਾ ਹੈਗੀ ਹੈ, ਇਹ ਕਿਵੇਂ ਸੁਧਾਰੀ ਜਾ ਸਕਦੀ ਹੈ, ਔਰ ਇਹਨੂੰ ਸੁਧਾਰਨ ਦੇ ਵਿੱਚ ਕਿਹੜੇ ਬੰਦਿਆਂ ਨੇ ਕਿੱਡਾ ਕਿਸ ਤਰ੍ਹਾਂ ਯੋਗਦਾਨ ਪਾਇਆ। ਬਿਲਕੁਲ ਸਰ, ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਭਾਈ ਵੀਰ ਸਿੰਘ ਹੋਣਾ ਦਾ ਨਾਮ ਜਿਹੜਾ ਉਹ ਜੁੜਿਆ, ਤਾਂ ਭਾਈ ਵੀਰ ਸਿੰਘ ਹੋਣਾ ਨੂੰ ਲੋਕ ਇੱਕ ਸਾਹਿਤਕ ਦੇ ਤੌਰ ਦੇ ਉੱਪਰ ਯਾਦ ਕਰਦੇ ਨੇ ਕਿ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹਦੇ ਨੇ ਔਰ ਉਹਦੇ ਤੋਂ ਵੇਖ ਕੇ ਉਹਨਾਂ ਦੇ ਸ਼ਖਸੀਅਤ ਜਿਹੜੀ ਆ ਉਹ ਝਲਕਦੀ ਹੈ। ਔਰ ਪੰਜਾਬ ਐਂਡ ਸਿੰਧ ਬੈਂਕ ਦੇ ਬਾਰੇ ਵਿੱਚ ਉਹਨਾਂ ਦੀ ਜਿਹੜੀ ਸੋਚ, ਸ਼ੁਰੂਆਤ ਉਹ ਕਿਵੇਂ ਹੋਈ, ਤਾਂ ਉਹਦੇ ਫਾਇਦੇ ਜਿਹੜੇ ਸੀਗੇ ਉਹ ਕੀ ਜਿਹੜੇ ਸੀਗੇ ਪੰਜਾਬੀਆਂ ਨੂੰ ਮਿਲੇ ਜਾਂ ਸਿੱਖਾਂ ਨੂੰ ਮਿਲੇ? ਦਰਅਸਲ ਬੀਬਾ ਜੀ ਗੱਲ ਇਹ ਹੈਗੀ ਕਿ ਜਿਹੜੇ ਭਾਈ ਵੀਰ ਸਿੰਘ ਨੇ ਅਤੇ ਇਹਨਾਂ ਦੇ ਸਮਕਾਲੀ ਜਿਹੜੇ ਹੈਗੇ ਆ ਭਾਈ ਕਾਨ੍ਹ ਸਿੰਘ ਨਾਭਾ ਜੀ, ਇਹ 2 ਅਜਿਹੀਆਂ ਸ਼ਖਸੀਅਤਾਂ ਸਿੱਖ ਕੌਮ ਦੇ ਵਿੱਚ ਪੈਦਾ ਹੋਈਆਂ ਨੇ ਜਿਨ੍ਹਾਂ ਨੇ ਕਿ ਸਿੱਖ ਕੌਮ ਦੇ ਉਭਾਰ ਵਾਸਤੇ, ਇਹਨਾਂ ਨੂੰ ਮਤਲਬ ਕਿ ਸਵਾਰਨ ਵਾਸਤੇ, ਸ਼ਿੰਗਾਰਨ ਵਾਸਤੇ ਕੇਵਲ ਇੱਕ ਮੁੱਦੇ ਦੇ ਉੱਤੇ ਨਹੀਂ ਆਪਣੇ ਆਪ ਨੂੰ ਫੋਕਸ ਕੀਤਾ। ਇਹਨਾਂ ਨੇ ਸਿੱਖ ਕੌਮ ਦੀ ਜਿਹੜੀ ਹੈਗੀ ਹੈ ਸਿੱਖਿਆ, ਇਹਨਾਂ ਦੀ ਆਰਥਿਕਤਾ, ਇਹਨਾਂ ਦੀ ਸਮਾਜਿਕਤਾ ਅਤੇ ਇਹਨਾਂ ਦੇ ਮਤਲਬ ਕਿ ਜਿਹੜੇ ਸੋਸ਼ਲ ਆਸਪੈਕਟ ਹੈਗਾ, ਇਹ ਸਾਰੇ ਆਸਪੈਕਟ ਬਾਰੇ ਇਹਨਾਂ ਬਹੁਤ ਜਿਹੜਾ ਧਿਆਨ ਨਾਲ ਸੋਚਿਆ। ਕਿਉਂਕਿ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਦੇ ਵਿੱਚ ਹੀ ਸਾਰਾ ਕੁਝ ਸੋਚ ਕੇ ਹਰ ਚੀਜ਼ ਜਿਹੜੀ ਬਣਾਈ ਸੀਗੀ,
ਤੇ ਉਹਨਾਂ ਨੇ ਗੁਰੂ ਇਸ ਆਪਣਾ ਸਿੱਖ ਕੌਮ ਨੂੰ ਸਭ ਤੋਂ ਵੱਡਾ ਸਿਧਾਂਤ ਦਿੱਤਾ ਸੀ, ਕਿਰਤ ਕਰਨ ਦਾ, ਨਾਮ ਜਪਣ ਦਾ ਤੇ ਵੰਡ ਛਕਣ ਦਾ। ਸੋ ਇਸੇ ਤਰ੍ਹਾਂ ਹੀ ਭਾਈ ਵੀਰ ਸਿੰਘ ਹੋਰਾਂ ਨੇ ਇਹ ਸਿੱਖ ਕੌਮ ਦੇ ਮਤਲਬ ਕਿ ਉਭਾਰ ਵਾਸਤੇ ਇਹਨੂੰ ਮਤਲਬ ਕਿ ਜਿਹੜਾ ਗਿਆਨਵਾਨ ਬਣਾਉਣ ਲਈ, ਜਿੱਥੇ ਮਤਲਬ ਕਿ ਚੀਖ ਖਾਲਸਾ ਦੀਵਾਨ ਦੇ ਵਿੱਚ ਸਿੱਖ ਵਿਦਿਅਕ ਸੰਸਥਾਵਾਂ ਖੜ੍ਹੀਆਂ ਕੀਤੀਆਂ, ਉੱਥੇ ਉਹਨਾਂ ਨੇ ਇਹਨੂੰ ਆਰਥਿਕ ਪੱਧਰ ਦੇ ਉੱਤੇ ਵੀ ਜਿਹੜਾ ਹੈਗਾ ਇੱਕ ਸੂਝਵਾਨ ਬਣਾਉਣ ਵਾਸਤੇ ਇਹਨਾਂ ਨੇ ਇੱਕ ਉਪਰਾਲਾ ਕੀਤਾ। ਇਹ ਉਪਰਾਲਾ ਲਗਭਗ 1908 ਦੇ ਵਿੱਚ, ਜਦੋਂ ਕਿ ਭਾਈ ਵੀਰ ਸਿੰਘ ਜੀ ਤੇ ਇਹਨਾਂ 'ਚ ਬਹੁਤ ਹੀ ਇੱਕ ਜਿਹੜੇ ਸਿਆਣੇ ਪੁਰਸ਼ ਸੀਗੇ, ਸਾਧ ਤਰਲੋਚਨ ਸਿੰਘ ਇਹਨਾਂ ਦੇ ਸਾਥੀ ਸਨ। ਇਹ ਦੋਵੇਂ ਮਤਲਬ ਕਿ ਭਾਈ ਸਾਧ ਸੁੰਦਰ ਸਿੰਘ ਮਜੀਠੀਆ ਦੇ ਕੋਠੀ 'ਚ ਬੈਠੇ ਸਨ। ਉੱਥੇ ਇਹਨਾਂ ਨੇ ਵਿਚਾਰ ਕੀਤਾ ਕਿ ਸਿੱਖ ਕੌਮ ਦੀ ਆਰਥਿਕਤਾ ਨੂੰ ਸੁਧਾਰਨ ਵਾਸਤੇ, ਤਾਂ ਕਿ ਇਹ ਕਿਰਤ ਵਾਲੇ ਪਾਸੇ ਜਿਹੜੇ ਹੈਗੇ ਆ ਇਹ ਜ਼ਿਆਦਾ ਮਤਲਬ ਕਿ ਰੁਝਾਨ ਦਾ ਹੋਵੇ, ਇਹਦੇ ਲਈ ਕੋਈ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ। ਆਰਥਿਕਤਾ ਸੁਧਾਰਨ ਵਾਸਤੇ ਮੈਂ ਥੋੜਾ ਜਿਹਾ ਕੱਟ ਰਹੀ ਹਾਂ। ਉਦੋਂ ਦੇ ਹਾਲਾਤ ਕੀ ਸੀਗੇ 1900 ਦੇ ਕਰੀਬ ਦੇ, ਕਿਉਂਕਿ 1908 ਦੇ ਵਿੱਚ ਇਹ ਬੈਂਕ ਖੁੱਲ੍ਹਦੀ ਹੈ, ਤਾਂ ਉਦੋਂ ਦੀ ਹਾਲਾਤਾਂ ਬਾਰੇ ਵੀ ਜ਼ਰੂਰ ਸਾਨੂੰ ਦੱਸੋ। ਉਸ ਵੇਲੇ ਹਾਲਾਤ ਐਸੇ ਸਨ ਕਿ ਜਿਹੜੀ ਸਿੱਖ ਕੌਮ ਜਿਹੜੀ ਸੀਗੀ ਉਹ ਤਕਰੀਬਨ ਬਾਕੀਆਂ ਨਾਲ ਸਾਰਿਆਂ ਨਾਲ ਇੱਕ ਅਲੱਗ ਥਲੱਗ ਹੋਈ ਪਈ ਸੀਗੀ। ਇਹਨਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਸੀਗਾ ਐਕਚੁਅਲੀ। ਤਾਂ ਇਸ ਕਰਕੇ ਇਹਨਾਂ ਨੇ ਮਤਲਬ ਕਿ ਆਰਥਿਕ ਖੇਤਰ ਦੇ ਵਿੱਚ ਆਪਣੇ ਪੈਰ ਪਸਾਰਨ ਵਾਸਤੇ ਇਹ ਸੋਚ ਕੇ 1908 ਦੇ ਵਿੱਚ ਸਾਧ ਸੁੰਦਰ ਸਿੰਘ ਮਜੀਠੀਆ ਦੀ ਕੋਠੀ ਦੇ ਵਿੱਚ ਇਹ ਫੈਸਲਾ ਕੀਤਾ ਕਿ ਸਾਨੂੰ ਇੱਕ ਬੈਂਕ ਆਪਣਾ ਖੋਲ੍ਹਣਾ ਚਾਹੀਦਾ ਹੈ, ਤਾਂ ਕਿ ਸਾਨੂੰ ਮਤਲਬ ਕਿ ਦੂਜੇ ਸਾਹਮਣੇ ਹੱਥ ਨਾ ਅੱਡਣੇ ਪੈਣ, ਅਸੀਂ ਆਪ ਹੀ ਮਤਲਬ ਕਿ ਜਿਹੜੇ ਕਿ ਆਪਣੇ ਜਿਹੜੀ ਕੌਮ ਦੀਆਂ ਲੋੜਾਂ ਨੂੰ ਪੂਰੀਆਂ ਕਰੀਏ ਤੇ ਇਸ ਬੈਂਕ ਦੇ ਰਾਹੀਂ ਜਿਹੜੀ ਇਹ ਸਾਡੀ ਕੌਮ ਦਾ ਆਰਥਿਕ ਪੱਧਰ ਹੈਗਾ ਉਹਨੂੰ ਮਤਲਬ ਸੁਧਾਰੀਏ। ਸੋ ਇਹਨਾਂ ਨੇ ਇੱਕ ਤਾਂ ਇਹ ਕੀਤਾ ਕਿ ਇਸ ਬੈਂਕ ਦਾ ਨਾਂ ਇਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਰੱਖਿਆ। ਪੰਜਾਬ, ਇਹ ਵੀ ਸਵਾਲ ਬਣਦਾ ਵੀ ਪੰਜਾਬ ਐਂਡ ਸਿੰਧ ਕਿਵੇਂ ਹੈ? ਪੰਜਾਬ ਇਸ ਕਰਕੇ ਕਿਉਂਕਿ ਐਕਚੁਅਲੀ ਸਿੱਖਾਂ ਦਾ ਘਰ ਜਿਹੜਾ ਪੰਜਾਬ ਹੈ, ਸਾਰੀ ਵਸੋਂ ਇੱਥੇ ਬਹੁਤੀ ਇਹੀ ਹੈ। ਤੇ ਲੇਕਿਨ ਇਹਦੇ ਨਾਲ ਇੱਕ ਬੜੀ ਵਧੀਆ ਗੱਲ ਹੈਗੀ ਹੈ ਕਿ ਸਿੱਖੀ ਦਾ ਜਿਹੜਾ ਬਹੁਤਾ ਧਨਵਾਨ ਹਿੱਸਾ ਜਿਹੜਾ ਹੈਗਾ ਉਹ ਸਿੰਧ ਵਿੱਚ ਰਹਿੰਦਾ ਸੀਗਾ। ਸਿੰਧ ਦੇ ਲੋਕੀ ਜਿਹੜੇ ਸੀਗੇ ਉਹ ਧਨਵਾਨ ਸਨ, ਪੈਸੇ ਵਾਲੇ ਸਨ। ਸੋ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਨਾਂ ਰੱਖਣ ਵਾਸਤੇ, ਤਾਂ ਕਿ ਇਹ ਬੈਂਕ ਜਿਹੜਾ ਹੈਗਾ ਆਰਥਿਕ ਪੱਖੋਂ ਪ੍ਰਫੁੱਲਿਤ ਹੋ ਸਕੇ, ਇਹਨਾਂ ਨੇ ਇਹਦਾ ਨਾਂ ਹੀ ਪੰਜਾਬ ਐਂਡ ਸਿੰਧ ਬੈਂਕ ਰੱਖ ਦਿੱਤਾ, ਤਾਂ ਕਿ ਉਹ ਲੋਕੀ ਵੀ ਜਿਹੜੇ ਕਿ ਆਪਣੇ ਆਪ ਨੂੰ ਇਸ ਬੈਂਕ ਦਾ ਹਿੱਸਾ ਸਮਝਣ। ਸੋ ਇਹ ਪੰਜਾਬ ਐਂਡ ਸਿੰਧ ਬੈਂਕ ਨਾਮ ਰੱਖਣ ਦੇ ਨਾਲ, ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਕਿ ਸਰਦਾਰ ਤਰਲੋਚਨ ਸਿੰਘ ਆਰਥਿਕ ਖੇਤਰ ਦੇ ਬਹੁਤ ਮਾਹਰ ਸਨ। ਸੋ ਇਹਦੇ ਸਭ ਤੋਂ ਪਹਿਲੇ ਜਿਹੜੇ ਮੈਨੇਜਿੰਗ ਡਾਇਰੈਕਟਰ ਸੀਗੇ ਪੰਜਾਬ ਐਂਡ ਸਿੰਧ ਬੈਂਕ ਦੇ, ਉਹ ਸਰਦਾਰ ਤਰਲੋਚਨ ਸਿੰਘ ਬਣੇ ਸਨ। ਸਰਦਾਰ ਤਰਲੋਚਨ ਸਿੰਘ ਤੋਂ ਬਾਅਦ ਜਿਹੜੇ ਭਾਈ ਵੀਰ ਸਿੰਘ ਜੀ ਦੇ ਆਪਣਾ ਭਰਾ ਸਨ ਡਾਕਟਰ ਬਲਬੀਰ ਸਿੰਘ ਜੀ, ਹਾਂਜੀ, ਉਹਨਾਂ ਨੂੰ ਮਤਲਬ ਕਿ ਇਹਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ। ਭਾਈ ਵੀਰ ਸਿੰਘ ਜਿਹੜੇ ਸਨ ਉਹ ਮਤਲਬ ਕਿ ਇਸ ਅਹੁਦੇ ਉੱਤੇ ਆਪ ਨਹੀਂ ਸਨ ਆਉਣਾ ਚਾਹੁੰਦੇ, ਉਹ ਆਪ ਪਿੱਛੇ ਰਹੇ। ਪਰ ਇਹ ਦੋਨੇ ਕਿਉਂਕਿ ਜਿਹੜੇ ਸਨ ਇਹ ਆਰਥਿਕ ਖੇਤਰ ਦੇ ਮਾਹਰ ਸਨ। ਡਾਕਟਰ ਬਲਬੀਰ ਸਿੰਘ ਜਿਹੜੇ ਸਨ ਉਹ ਸਾਇੰਟਿਸਟ ਸੀਗੇ, ਬਹੁਤ ਤਕੜੇ ਵਿਗਿਆਨੀ ਹੋਣ ਦੇ ਕਰਕੇ ਉਹ ਇਹਨਾਂ ਚੀਜ਼ਾਂ ਸਮਝਦੇ ਸੀਗੇ। ਇਸ ਕਰਕੇ ਸਭ ਤੋਂ ਪਹਿਲਾਂ ਸਰਦਾਰ ਤਰਲੋਚਨ ਸਿੰਘ ਇਹਦਾ ਮੈਨੇਜਿੰਗ ਡਾਇਰੈਕਟਰ ਬਣਾਇਆ। ਅਤੇ ਜਦੋਂ ਉਹਨਾਂ ਦੇ ਮਤਲਬ ਟਰਮ ਪੂਰੀ ਹੋ ਗਈ ਤਾਂ ਫਿਰ ਸਰਦਾਰ ਡਾਕਟਰ ਬਲਬੀਰ ਸਿੰਘ ਜਿਹੜੇ ਸੀਗੇ, ਜਿਹੜੇ ਭਾਈ ਵੀਰ ਸਿੰਘ ਜਿਹੜੇ ਬ੍ਰਦਰ ਸਨ, ਉਹ ਇਹਦੇ ਮੈਨੇਜਿੰਗ ਡਾਇਰੈਕਟਰ ਬਣੇ। ਇਹਦੀਆਂ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਐਂਡ ਸਿੰਧ ਬੈਂਕ ਦੇ ਕਿੰਨੇ ਕੁ ਸਿੱਖ ਸੀਗੇ? ਕਿਉਂਕਿ ਸਿੱਖਾਂ ਨੇ ਬਣਾਇਆ ਸੀਗਾ, ਇੱਕ ਸੋਚ ਵੀ ਸੀਗੀ ਜਿਹੜੀ ਅਸੀਂ ਸੁਣਦੇ ਆਏ ਹਾਂ ਵੀ ਕਿੰਨੇ ਕੁ ਸਿੱਖਾਂ ਦੇ ਲਈ ਨੌਕਰੀ ਦੇ ਜਿਹੜੇ ਸੀਗੇ ਉਹ ਮੌਕੇ ਪੈਦਾ ਕੀਤੇ, ਰੁਜ਼ਗਾਰ ਉਹਨਾਂ ਨੂੰ ਮਿਲ ਸੀ? ਬਹੁਤ ਅੱਛਾ ਸਵਾਲ ਹੈਗਾ ਤੁਹਾਡਾ। ਮਤਲਬ ਕਿ ਜਿਵੇਂ ਕਿ ਪਹਿਲਾਂ ਦੱਸਿਆ, ਭਾਈ ਵੀਰ ਸਿੰਘ, ਸਾਧ ਤਰਲੋਚਨ ਸਿੰਘ ਅਤੇ ਸਾਧ ਅਰਜਨ ਸਿੰਘ ਬਾਗੜੀਆਂ ਅਤੇ ਇਹ ਆਪਣਾ ਸਾਧ ਸੁੰਦਰ ਮਜੀਠੀਆ, ਇਹ ਇਸ ਤਰ੍ਹਾਂ ਦੀ ਨੇ ਸੋਚ ਸੀ ਕਿ ਉਹ ਕੰਮ ਕਰੀਏ ਜਿਹਦੇ ਨਾਲ ਮਤਲਬ ਕਿ ਸਿੱਖੀ ਵੀ ਪ੍ਰਫੁੱਲਿਤ ਹੋਵੇ। ਸੋ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਕੀਤੀ ਗਈ ਕਿ ਇੱਥੇ ਉਹੀ ਮਤਲਬ ਕਰਮਚਾਰੀ ਰੱਖੇ ਗਏ ਜਿਹੜੇ ਕਿ ਸਿੱਖੀ ਸਰੂਪ ਵਾਲੇ ਸਨ। ਔਰ ਬੜੀ ਖੁਸ਼ੀ ਦੀ ਗੱਲ ਇਹ ਹੋਈ ਹੈ ਕਿ 1980 'ਚ ਜਦੋਂ ਕਿ ਇਹਦਾ ਰਾਸ਼ਟਰੀਕਰਨ ਹੋ ਜਾਂਦਾ, ਉਸ ਤੋਂ ਪਹਿਲਾਂ ਪੰਜਾਬ ਐਂਡ ਸਿੰਧ ਬੈਂਕ ਵਿੱਚ ਤੁਹਾਨੂੰ ਸਿਰਫ ਦੋ ਹੀ ਸਰੂਪ ਨਜ਼ਰ ਆਉਂਦੇ ਸਨ, ਜਾਂ ਪੂਰਨ ਗੁਰਸਿੱਖ ਅਤੇ ਜਾਂ ਨੌਨ ਸਿੱਖ। ਮਤਲਬ ਜਿਹੜੇ ਨੌਨ ਸਿੱਖ ਸਨ ਉਹ ਉਹਨਾਂ 'ਚ ਕੋਈ ਪਤਤ ਕੋਈ ਨਹੀਂ ਸੀ ਹੁੰਦਾ ਹੈਗਾ, ਉਹ ਦੂਜੇ ਧਰਮਾਂ ਨਾਲ ਸੰਬੰਧਿਤ ਕਰਦੇ ਸੀਗੇ, ਲੇਕਿਨ ਪਤਤ ਨਹੀਂ ਸਨ। ਸੋ 1980 ਤੱਕ ਸਮੁੱਚੇ ਪੰਜਾਬ ਐਂਡ ਸਿੰਧ ਬੈਂਕ ਦਾ ਸਾਰੇ ਦੇਸ਼ ਵਿੱਚ, ਈਵਨ ਵਿਦੇਸ਼ਾਂ ਵਿੱਚ ਵੀ ਜਿਹੜੇ ਇੰਪਲਾਈ ਸਨ ਉਹ ਜਿਹੜੇ ਸਾਰੇ ਸਿੱਖੀ ਸਰੂਪ ਵਾਲੇ ਸਨ। ਸੋ ਇਸ ਤਰ੍ਹਾਂ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਿੱਚ ਇਸ ਬੈਂਕ ਨੇ ਬੜਾ ਵੱਡਾ ਯੋਗਦਾਨ ਪਾਇਆ ਹੈਗਾ। ਅਤੇ ਖ਼ਾਸ ਤੌਰ 'ਤੇ ਪਰ ਇਹਦੇ 'ਚ ਜਿਹੜੀ ਖਾਸ ਜਿਹੜੀ ਦੇਖਣ ਵਾਲੀ ਗੱਲ ਹੈਗੀ ਹੈ ਕਿ ਇਹ ਜਿਹੜਾ ਬੈਂਕ ਜਿਹੜਾ ਸੀਗਾ ਕਿਸੇ ਕਿਸਮ ਦਾ ਭਿੰਨ ਭੇਦ ਨਹੀਂ ਸੀ ਰੱਖਦਾ। ਵੀ ਜੇ ਕਿਸੇ ਦੀ ਕੋਈ ਲੋੜ ਹੈਗੀ ਹੈ, ਉਹ ਡਿਜ਼ਰਵ ਕਰਦਾ ਹੈ,
ਉਹ ਭਾਵੇਂ ਕਿਸੇ ਵੀ ਮਤਲਬ ਕਿ ਕੌਮ ਦਾ ਹੈਗਾ, ਕਿਸੇ ਵੀ ਕੇਡਰ ਦਾ ਹੈਗਾ, ਉਹਦੀ ਇਹ ਲੋੜ ਪੂਰੀ ਕਰਦੇ ਸਨ, ਪ੍ਰੋਵਾਈਡਡ ਕਿ ਉਹ ਜਿਹੜੇ ਉਹ ਰੂਲ ਜਿਹੜੇ ਹੈਗੇ ਆ, ਉਹ ਜਿਹੜੇ ਹੈਗੇ ਆ ਉਹਨਾਂ ਦਾ ਅਨੁਸਾਰੀ ਹੋਵੇ। ਸੋ ਇਸ ਕਰਕੇ ਕੋਈ ਭਿੰਨ ਭੇਦ ਨਹੀਂ ਸੀਗਾ। ਹਾਂਜੀ, ਮੇਰਾ ਸਵਾਲ ਸੀਗਾ ਵੀ ਉਹ ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਜਿਹੜਾ ਸੀ ਉਹ ਪੈਦਾ ਕਰਕੇ ਦਿੱਤਾ ਇਸ ਬੈਂਕ ਨੇ? ਸ਼ੁਰੂ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕੁਝ ਸੈਂਕੜੇ ਸਨ, ਪਰ 1980 ਤੱਕ ਮੇਰੇ ਖਿਆਲ ਦੇ 'ਚ ਇਹ ਗਿਣਤੀ ਜਿਹੜੀ ਹਜ਼ਾਰਾਂ ਤੱਕ ਪਹੁੰਚ ਚੁੱਕੀ ਸੀਗੀ। ਹਜ਼ਾਰਾਂ ਦੇ ਕਈ ਹਜ਼ਾਰ ਸਨ ਜਿਹੜੇ ਯਾਨੀ ਕਿ ਇਸ ਯਾਨੀ ਕਿ ਇਸ ਬੈਂਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਨੇ ਇਸ ਸੈਕਟਰ ਦੇ ਵਿੱਚ ਇੱਕ ਨਵਾਂ ਬਦਲਾਅ ਵੀ ਲਿਆਂਦਾ। ਜਿਹੜੇ ਕੰਮੀ ਕਿਰਤੀ ਲੋਕ ਸੀਗੇ, ਜ਼ਮੀਨਾਂ 'ਚ ਕੰਮ ਕਰਨ ਵਾਲੇ ਸੀਗੇ, ਔਰ ਉਹਨਾਂ ਦੇ ਬੱਚੇ ਜਿਹੜੇ ਉਹ ਪੜ੍ਹ ਕੇ ਫਿਰ ਨੌਕਰੀਆਂ 'ਤੇ ਵੀ ਲੱਗੇ। ਬਹੁਤ ਜ਼ਿਆਦਾ ਮਤਲਬ ਕਿ ਜਿਹੜੇ ਬੱਚੇ ਸਨ ਜਿਹੜੇ ਕਿ ਉਹ ਬੈਂਕਾਂ ਵੱਲ ਉਲਾਰ ਹੁੰਦੇ ਸਨ, ਪੜ੍ਹੇ ਲਿਖੇ ਨੂੰ ਰੁਜ਼ਗਾਰ ਮਿਲਦਾ ਸੀ। ਔਰ ਖ਼ਾਸ ਤੌਰ 'ਤੇ ਮੈਂ ਡਾਕਟਰ ਇੰਦਰਜੀਤ ਸਿੰਘ ਹੋਰਾਂ ਦਾ ਮਤਲਬ ਕਿ ਸਮਾਂ ਦੇਖਿਆ ਹੋਇਆ, ਉਹਨਾਂ ਦਾ ਤਾਂ ਇੱਕੋ ਹੀ ਅਸੂਲ ਸੀਗਾ ਕਿ ਬੱਚਾ ਡਿਜ਼ਰਵ ਕਰਦਾ ਹੋਣਾ ਚਾਹੀਦਾ, ਉਹ ਕੁਆਲੀਫਾਈਡ ਹੋਣਾ ਚਾਹੀਦਾ, ਐਲੀਜੀਬਿਲਟੀ ਉਹਦੀ ਹੋਣੀ ਚਾਹੀਦੀ ਹੈ। ਜੇ ਉਹਦੀ ਐਲੀਜੀਬਿਲਟੀ ਹੈ, ਉਹ ਮਤਲਬ ਸ਼ਰਤਾਂ ਪੂਰੀਆਂ ਕਰਦਾ ਹੈ, ਤਾਂ ਉਸ ਨੂੰ ਮਤਲਬ ਕਿ ਉਹ ਬੈਂਕ ਦੇ ਵਿੱਚ ਨੌਕਰੀ ਰੱਖਣ ਤੋਂ ਕੋਈ ਗੁਰੇਜ਼ ਨਹੀਂ ਕਰਦੇ, ਭਾਵੇਂ ਉਹ ਕੋਈ ਉਹਦੀ ਸਿਫਾਰਿਸ਼ ਹੁੰਦੀ ਸੀ ਜਾਂ ਨਹੀਂ ਸੀ ਹੁੰਦੀ ਹੈਗੀ। ਸਿਫਾਰਿਸ਼ ਕੰਮ ਘੱਟ ਕਰਦੀ ਸੀਗੀ, ਐਲੀਜੀਬਿਲਟੀ ਯੋਗਤਾ ਜਿਹੜੀ ਸੀਗੀ ਉਹ ਜ਼ਿਆਦਾ ਕੰਮ ਕਰਦੀ ਸੀ। ਇਸ ਕਰਕੇ ਮੇਰੇ ਖਿਆਲ 'ਚ ਉਸ ਸਮੇਂ ਦੇ ਵਿੱਚ ਜਿੰਨੇ ਜ਼ਿਆਦਾ ਪੜ੍ਹੇ ਲਿਖੇ ਸਿੱਖ ਬੱਚੇ ਸਨ, ਉਹ ਸਾਰੇ ਮਤਲਬ ਕਿ ਇਸ ਪੰਜਾਬ ਸਿੰਧ ਬੈਂਕ ਨੇ ਆਪਣੇ 'ਚ ਸਮੋਏ ਸਨ। 1947 ਤੋਂ ਬਾਅਦ ਕਿਉਂਕਿ ਇਹਦੀਆਂ 8 ਬ੍ਰਾਂਚਾਂ ਜਿਹੜੀਆਂ ਸੀਗੀਆਂ ਉਹ ਪਾਕਿਸਤਾਨ ਚਲੇ ਗਈਆਂ ਔਰ 2 ਹੀ ਸਿਰਫ ਪੰਜਾਬ ਦੇ ਵਿੱਚ ਜਿਹੜਾ ਹਿੰਦੁਸਤਾਨ ਦੇ ਨਾਲ ਜੁੜੀਆਂ, ਤਾਂ ਉਦੋਂ ਫਿਰ ਦੁਬਾਰਾ ਤੋਂ ਫਿਰ ਕਿਵੇਂ ਖੜੀ ਹੋਈ ਪੰਜਾਬ ਐਂਡ ਸਿੰਧ ਬੈਂਕ? ਉਹ ਕੀ ਐਫਰਟ ਸੀਗੀਆਂ ਅੱਜ ਫਿਰ ਇਹਨੇ ਐਡਾ ਵੱਡਾ ਨਾਮ ਖੱਟ ਲਿਆ? ਉਸ ਵੇਲੇ ਅਸਲ 'ਚ ਸਭ ਤੋਂ ਵੱਡੀ ਟ੍ਰੈਜਡੀ ਇਹ ਵਾਪਰੀ ਕਿ ਜਿਹੜਾ ਇੱਥੇ ਬ੍ਰਾਂਚ ਸੀ ਨਾ ਅੰਮ੍ਰਿਤਸਰ ਦੇ ਵਿੱਚ, ਉਹ ਅੰਮ੍ਰਿਤਸਰ ਦੀ ਬ੍ਰਾਂਚ ਜਿਹੜੀ ਸੀਗੀ ਉਹਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਸੀਗਾ 47 ਦੇ ਵਿੱਚ। ਪਰ ਇੱਥੇ ਮੈਂ ਸਮਝਦਾ ਕਿ ਡਾਕਟਰ ਬਲਬੀਰ ਸਿੰਘ ਦੀ ਇੱਕ ਬਹੁਤ ਵੱਡੀ ਦੂਰਅੰਦੇਸ਼ੀ ਸੀ ਕਿ ਉਹਨਾਂ ਨੇ ਉਹ ਸਾਰਾ ਜਿਹੜਾ ਸਮਾਨ ਜਿਹੜਾ ਬਚਦਾ ਸੀਗਾ, ਉਹ ਸਾਰਾ ਮਤਲਬ ਕਿ ਇਹਦਾ ਹੈੱਡਕੁਆਟਰ ਅੰਮ੍ਰਿਤਸਰ ਬਦਲ ਕੇ ਦੇਹਰਾਦੂਨ ਬਣਾ ਰਿਹਾ ਸੀਗਾ। ਦੇਹਰਾਦੂਨ ਬਣਾਉਣ ਕਰਕੇ ਮਤਲਬ ਹੈੱਡਕੁਆਟਰ ਹੋਣ ਕਰਕੇ ਇੱਕ ਤਾਂ ਡਾਕਟਰ ਬਲਬੀਰ ਸਿੰਘ ਆਪ ਖੁਦ ਉੱਥੇ ਰਹਿੰਦੇ ਸਨ, ਅਤੇ ਇੱਕ ਹੈੱਡਕੁਆਟਰ ਉੱਥੇ ਬਣ ਗਿਆ, ਅਤੇ ਉਹਦੇ ਨਾਲ ਇਹਦਾ ਜਿਹੜਾ ਇੱਕ ਤਾਂ ਦਾਇਰਾ ਜਿਹੜਾ ਸੀਗਾ ਉਹ ਪੰਜਾਬ ਤੋਂ ਨਿਕਲ ਕੇ ਬਾਹਰ ਸਾਰੇ ਦੇਸ਼ ਵਿੱਚ ਫੈਲ ਗਿਆ। ਸੋ ਉਹਦੇ ਨਾਲ ਮਤਲਬ ਕਿ ਇਹ ਬੈਂਕ ਜਿਹੜਾ ਸੀਗਾ ਇਕੱਲੀਆਂ 2 ਸ਼ਾਖਾਵਾਂ ਨਹੀਂ ਰਹਿ ਗਈਆਂ। ਮੇਰੇ ਖਿਆਲ 'ਚ ਹੌਲੀ ਹੌਲੀ ਇਹ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਆਪਣਾ ਇੱਕ ਨਾਮ ਜਿਹੜਾ ਵੱਖਰਾ ਬਣਾ ਗਿਆ, ਆਪਣੀ ਯੋਗਤਾ ਕਾਰਨ। ਹਾਂਜੀ, ਅਤੇ ਆਪਣੇ ਵਿਵਹਾਰ ਕਾਰਨ, ਕਿਉਂਕਿ ਇਹਦਾ ਵਿਵਹਾਰ ਜਿਹੜਾ ਸੀਗਾ, ਇਹਦੇ ਜਿਹੜੇ ਆਪਣਾ ਸੰਚਾਲਕ ਸਨ, ਉਹਨਾਂ ਦੀ ਜਿਹੜੀ ਸੋਚ ਸੀ, ਉਹਨਾਂ ਦਾ ਕੰਮ ਕਰਨ ਦਾ ਢੰਗ ਸੀਗਾ, ਉਹ ਲੋਕ ਪੱਖੀ ਜ਼ਿਆਦਾ ਸੀ। ਲੋਕ ਪੱਖੀ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਇੱਥੇ ਮਤਲਬ ਕਿ ਜਿਹੜਾ ਕਿ ਪਰੇਸ਼ਾਨੀ ਘੱਟ ਆਉਂਦੀ ਸੀਗੀ, ਉਹਨਾਂ ਸੁਵਿਧਾਵਾਂ ਜ਼ਿਆਦਾ ਮਿਲਦੀਆਂ ਸੀਗੀਆਂ। ਇਸ ਕਰਕੇ ਜਿੰਨੇ ਮਤਲਬ ਕਿ ਸਿੱਖ ਪਰਿਵਾਰ ਤਾਂ ਹੈ ਹੀ ਸਨ, ਨੌਨ ਸਿੱਖ ਵੀ ਜਿਹੜੇ ਪਰਿਵਾਰ ਜਿਹੜੇ ਸੀਗੇ, ਜਿਹੜੇ ਚੰਗੇ ਵਪਾਰੀ ਸਨ, ਕਾਰੋਬਾਰੀ ਸਨ, ਉਹ ਵੀ ਸਾਰੇ ਇਸ ਬੈਂਕ ਦੇ ਨਾਲ ਜੁੜਦੇ ਗਏ। ਅਤੇ ਇਸ ਕਰਕੇ ਬੈਂਕ ਜਿਹੜਾ ਸੀਗਾ ਆਪਣਾ ਮੇਰੇ ਖਿਆਲ 'ਚ ਇਕੱਲਾ ਨੈਸ਼ਨਲ ਲੈਵਲ 'ਤੇ ਨਹੀਂ, ਇੰਟਰਨੈਸ਼ਨਲ ਲੈਵਲ ਦੇ 'ਤੇ ਆਪਣਾ ਇੱਕ ਬਹੁਤ ਵੱਡਾ ਨਾਂ ਬਣਾ ਗਿਆ ਸੀ। ਜਦੋਂ 1980 ਦੇ ਵਿੱਚ ਸਰਕਾਰ ਦੇ ਅੰਡਰ ਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਕਿੰਨੀਆਂ ਕੁ ਚੇਂਜਸ ਬੈਂਕ ਦੇ ਵਿੱਚ ਆਈਆਂ? ਉਸ ਵੇਲੇ ਸਭ ਤੋਂ ਵੱਡੀ ਤਾਂ ਚੇਂਜ ਇਹ ਆਉਂਦੀ ਹੈ ਕਿ ਜਿਹੜਾ ਮਤਲਬ ਕਿ ਪਹਿਲਾਂ ਇਹ ਸੀਗਾ ਕਿ ਸਿੱਖੀ ਸਰੂਪ ਜਿਹੜਾ ਸੀਗਾ ਇਸ ਬੈਂਕ ਦੀ ਪ੍ਰਧਾਨਤਾ ਸੀ, ਉਹ ਡਾਇਲੂਟ ਹੋਣੀ ਸ਼ੁਰੂ ਹੋ ਗਈ। ਇਹਦੇ ਵਿੱਚ ਮਤਲਬ ਕਿ ਜਿਹੜੇ ਸੀਗੇ ਨੌਨ ਸਿੱਖਾਂ ਦਾ ਜਿਹੜਾ ਕਿ ਜਿਹੜੀ ਕੀ ਹੈ ਉਹ ਜ਼ਿਆਦਾ ਸ਼ਮੂਲੀਅਤ ਹੋਣੀ ਸ਼ੁਰੂ ਹੋ ਗਈ। ਕੋਈ ਮਤਲਬ ਜਿਹੜਾ ਪਹਿਲਾਂ ਡਾਕਟਰ ਇੰਦਰਜੀਤ ਸਿੰਘ ਵੇਲੇ ਇਹ ਹੁੰਦਾ ਸੀ ਕਿ ਸਿੱਖੀ ਸਰੂਪ ਜ਼ਰੂਰੀ ਹੈ, ਉਹ ਮਤਲਬ ਗੈਰ ਜ਼ਰੂਰੀ ਬਣ ਗਿਆ। ਹਾਂਜੀ, ਅਤੇ ਹੁਣ ਤਾਂ ਇੱਥੇ ਤੱਕ ਕਿ ਇਸ ਵੇਲੇ ਜਿਹੜਾ ਮਤਲਬ ਕਿ ਇਹਨਾਂ ਨੇ ਇਹਦਾ ਚੇਅਰਮੈਨ ਬਣਾਇਆ, ਉਹ ਬਿਲਕੁਲ ਹੀ ਨੌਨ ਸਿੱਖ ਹੈਗਾ, ਨੌਨ ਸਿੱਖ ਹੀ ਨੌਨ ਪੰਜਾਬੀ ਹੈ। ਹਾਂਜੀ, ਸੋ ਇੱਥੇ ਤੱਕ ਮਤਲਬ ਕਿ ਤਾਂ ਇਹਦਾ ਹਾਲਤ ਮਾੜੀ ਹੋ ਗਈ ਹੈ ਕਿ ਹੁਣ ਇਹ ਮਤਲਬ ਕਿ ਸਿੱਖਾਂ ਦਾ ਬੈਂਕ ਨਹੀਂ ਰਹਿ ਗਿਆ, ਨਾ ਪੰਜਾਬ ਦਾ ਬੈਂਕ ਰਹਿ ਗਿਆ, ਇਹ ਇੱਕ ਤਰ੍ਹਾਂ ਦਾ ਵਪਾਰੀਆਂ ਦਾ ਬੈਂਕ ਬਣ ਕੇ ਰਹਿ ਗਿਆ। ਉਹ ਮਤਲਬ ਜਿਹੜੀ ਸੀ ਸਿੱਖੀ ਭਾਵਨਾ ਇਸ ਬੈਂਕ ਦੇ ਵਿੱਚੋਂ ਖਤਮ ਹੋ ਚੁੱਕੀ ਹੈ। ਇਹ ਚੀਫ ਖਾਲਸਾ ਦੀਵਾਨ ਨੂੰ ਸ਼ੁਰੂ ਕਰਨ ਵਾਲਿਆਂ ਵੱਲੋਂ ਹੀ ਇਹ ਸ਼ੁਰੂ ਕੀਤਾ ਗਿਆ ਸੀਗਾ, ਅਤੇ ਅੱਜ ਫਿਰ ਉਹ ਜਦੋਂ ਤੁਸੀਂ ਸੁਣਿਆ ਵੀ ਇਹ ਅੱਜ ਨੌਨ ਸਿੱਖ ਜਿਹੜੇ ਨੇ ਉਹ ਇਹਦੇ ਚੇਅਰਮੈਨ ਨੇ, ਤਾਂ ਉਹ ਤੁਹਾਨੂੰ ਇਹ ਸੁਣ ਕੇ ਕੀ ਲੱਗਿਆ? ਸਾਨੂੰ ਇਸ ਗੱਲ 'ਤੇ ਬਹੁਤ ਦੁੱਖ ਹੋਇਆ। ਅਸੀਂ ਰੋਸ ਵੀ ਪ੍ਰਗਟ ਕੀਤਾ, ਬਕਾਇਦਾ ਅਸੀਂ ਚਿੱਠੀਆਂ ਵੀ ਲਿਖੀਆਂ, ਮਤਾ ਵੀ ਪਾਸ ਕੀਤਾ ਸਾਰੀ ਐਗਜ਼ੀਕਿਊਟਿਵ ਨੇ, ਅਤੇ ਇਹਦਾ ਪੂਰਾ ਅਸੀਂ ਵਿਰੋਧ ਕੀਤਾ ਔਰ ਵਿਰੋਧ ਕਰਦੇ ਹਾਂ। ਸਾਡਾ ਯਤਨ ਹੈਗਾ, ਅਸੀਂ ਚਿੱਠੀਆਂ ਰਾਹੀਂ ਆਪਣੇ ਜੋ ਸਾਡੇ ਨੁਮਾਇੰਦੇ ਹੈਗੇ ਉਹਨਾਂ ਰਾਹੀਂ ਫਿਰ ਵੀ ਅਸੀਂ ਜ਼ੋਰ ਪਾ ਰਹੇ ਹਾਂ ਕਿ ਇੱਥੇ ਤੁਸੀਂ ਮਤਲਬ ਕਿ ਘੱਟੋ ਘੱਟ ਕਿਸੇ ਪੰਜਾਬੀ ਨੂੰ ਤਾਂ ਲਾਓ, ਜੇ ਸਿੱਖ ਨੂੰ ਤੁਸੀਂ ਨਹੀਂ ਲਾਉਣਾ ਤਾਂ। ਕੀ ਕਾਰਨ ਹੈ ਵੀ ਸਿੱਖ ਜਿਹੜੇ ਆ ਡਿਜ਼ਰਵਿੰਗ ਨਹੀਂ ਹੈਗੇ?
ਜਿੰਨੇ ਸਿੱਖ ਡਿਜ਼ਰਵਿੰਗ ਹੈ ਮੇਰੇ ਖਿਆਲ 'ਚ ਇੰਨੀ ਕੋਈ ਹੋਰ ਕੌਮ ਨਹੀਂ ਹੈਗੀ। ਪਰ ਕਿਉਂਕਿ ਹਮੇਸ਼ਾ ਹੀ ਮਤਲਬ ਕਿ ਜਿਹੜੀਆਂ ਹੈਗੀਆਂ ਉੱਪਰਲੀਆਂ ਤਾਕਤਾਂ ਨੇ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਹਮੇਸ਼ਾ ਐਂਟੀ ਸਿੱਖ ਰਹੀ ਹੈ। ਅਤੇ ਉਹ ਕਿਉਂਕਿ ਸਮਝਦੇ ਨੇ ਕਿ ਇਹ ਜਿਹੜਾ ਬੈਂਕ ਹੈਗਾ ਇੱਕ ਤਰ੍ਹਾਂ ਦੀ ਪਨੀਰੀ ਪੈਦਾ ਕਰਨ ਦਾ, ਸਿੱਖੀ ਪਨੀਰੀ ਪੈਦਾ ਕਰਨ ਦਾ ਇੱਕ ਸਾਧਨ ਹੈਗਾ। ਇਸ ਕਰਕੇ ਇਸ ਬੈਂਕ ਨੂੰ ਕਮਜ਼ੋਰ ਕੀਤਾ ਜਾਵੇ ਤਾਂ ਕਿ ਜਿਹੜੀ ਸਿੱਖ ਪਨੀਰੀ ਹੈਗੀ ਹੈ ਉਹ ਅੱਗੋਂ ਹੋਰ ਬਹੁਤੀ ਜਿਹੜੀ ਪ੍ਰਫੁੱਲਤ ਨਾ ਹੋ ਸਕੇ, ਖਾਸ ਤੌਰ 'ਤੇ ਇਕਨੋਮਿਕ ਖੇਤਰ ਦੇ ਵਿੱਚ। ਇਹ ਤੋਂ ਇਲਾਵਾ ਬੈਂਕ ਹੋਰ ਬਹੁਤ ਕੁਝ ਕਰਦਾ ਰਿਹਾ ਆ। ਉਦੋਂ ਕਾਫੀ ਸਾਰੇ ਕਿਤਾਬਚੇ ਜਿਹੜੇ ਉਹ ਵੰਡੇ ਜਾਂਦੇ ਸੀ ਕਿ ਉਹ ਸਾਰਾ ਪ੍ਰੋਸੈਸ ਕੀ ਸੀਗਾ, ਉਹ ਕਿਹਦੇ ਵੇਲੇ ਸ਼ੁਰੂ ਹੋਇਆ? ਭਾਈ ਵੀਰ ਸਿੰਘ ਹੁਣਾਂ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਤੇ ਹੁਣ ਤੱਕ ਕੀ ਉਹ ਚੱਲ ਰਿਹਾ ਜਾਂ ਉਹ ਬੰਦ ਕਰ ਦਿੱਤਾ ਗਿਆ? ਨਹੀਂ, ਇਹ ਭਾਈ ਵੀਰ ਸਿੰਘ ਜੀ ਉਹਨਾਂ ਦੇ ਸਮੇਂ 'ਚ ਨਹੀਂ ਸੀਗਾ ਅਤੇ ਨਾ ਮਤਲਬ ਕਿ ਡਾਕਟਰ ਬਲਬੀਰ ਸਿੰਘ ਜੀ ਦੌਰਾਨ ਸਮੇਂ 'ਚ ਸੀਗਾ। ਇਹ ਐਕਚੁਅਲੀ ਡਾਕਟਰ ਇੰਦਰਜੀਤ ਸਿੰਘ ਜੀ ਉਹਨਾਂ ਨੇ ਸ਼ੁਰੂ ਕੀਤਾ ਸੀ ਕਿ ਹਰ ਜਿਹੜਾ ਸੀਗਾ ਨਾ ਆਪਣਾ ਸਮਾਗਮ ਹਰ ਸਾਲ ਇੱਕ ਤਾਂ ਮਤਲਬ ਕਿ ਸਿੱਖ ਕੈਲੰਡਰ ਬਣਦਾ ਸੀਗਾ। ਹਾਂਜੀ, ਉਹ ਸਿੱਖ ਕੈਲੰਡਰ ਦੇ ਵਿੱਚ ਸਾਰੇ ਮਤਲਬ ਕਿ 12 ਦੇ 12 ਮਹੀਨਿਆਂ ਦੇ ਵਿੱਚ ਸਿੱਖ ਇਤਿਹਾਸ ਜਿਹੜਾ ਸੀਗਾ ਉਹ ਦਰਸਾਇਆ ਜਾਂਦਾ ਸੀਗਾ। ਉਹਦੇ ਨਾਲ ਮਤਲਬ ਕਿ ਇੱਕ ਤਾਂ ਬੈਂਕ ਦੀ ਪਬਲਿਸਿਟੀ ਤਾਂ ਹੁੰਦੀ ਸੀਗੀ, ਬੈਂਕ ਨੇ ਜੋ ਮਤਲਬ ਕਿ ਕੈਲੰਡਰ ਛਾਪਣੇ ਹੁੰਦੇ ਸੀ ਉਹ ਛਪਦੇ ਸਨ, ਪਰ ਉਹਦੇ ਨਾਲ ਸਿੱਖੀ ਦਾ ਪ੍ਰਚਾਰ ਵੀ ਜਿਹੜਾ ਸੀਗਾ ਉਹ ਪੂਰਾ ਹੁੰਦਾ ਸੀਗਾ, ਜਿਹੜਾ ਕਿ ਹੁਣ ਤਕਰੀਬਨ ਉਹ ਬੰਦ ਹੋ ਗਿਆ। ਦੂਜਾ ਸਭ ਤੋਂ ਵੱਡੀ ਜਿਹੜੀ 1980 ਦੇ ਵਿੱਚ ਹੀ ਬੰਦ ਹੋ ਗਿਆ ਸੀਗਾ ਜਾਂ ਉਸ ਤੋਂ ਬਾਅਦ ਚੱਲਦਾ ਰਿਹਾ? 1980 ਤੋਂ ਤਾਂ ਨਹੀਂ ਬੰਦ ਹੋਇਆ, ਇਹ ਤਕਰੀਬਨ ਮੇਰੇ ਖਿਆਲ 'ਚ 2010 ਤੋਂ ਬਾਅਦ ਬੰਦ ਹੋਇਆ। ਹਾਂਜੀ, 12 ਸਾਲ ਹੋ ਗਏ। ਹਾਂਜੀ ਹਾਂਜੀ। ਸੋ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਜਿੰਨੇ ਵੀ ਮਤਲਬ ਕਿ ਸਿੱਖ ਸਮਾਗਮ ਹੁੰਦੇ ਸਨ, ਭਾਵੇਂ ਉਹ ਗੁਰੂ ਸਾਹਿਬਾਨ ਦੇ ਮਤਲਬ ਕਿ ਸ਼ਤਾਬਦੀਆਂ ਸਨ ਅਤੇ ਭਾਵੇਂ ਮਤਲਬ ਕਿ ਕੋਈ ਹੋਰ ਮਤਲਬ ਕਿ ਇਸ ਤਰ੍ਹਾਂ ਰਿਲੇਟਡ ਸੀਗੇ, ਉਸ ਵੇਲੇ ਮਤਲਬ ਕਿ ਪੰਜਾਬ ਐਂਡ ਸਿੰਧ ਬੈਂਕ ਸਭ ਤੋਂ ਵੱਡੀ ਆਰਥਿਕ ਸਹਾਇਤਾ ਕਰਦਾ ਸੀ। ਨਾ ਕੇਵਲ ਆਰਥਿਕ ਸਹਾਇਤਾ ਕਰਦਾ ਸੀ ਬਲਕਿ ਖੁਦ ਸਮਾਗਮ ਵੀ ਆਯੋਜਿਤ ਕਰਦਾ ਸੀ। ਹਾਂਜੀ, ਹੁਣ ਉਸ ਸਮੇਂ ਦੇ ਵਿੱਚ ਜੋ ਕੀਰਤਨ ਦਰਬਾਰ ਹੋਏ ਨੇ, ਖਾਸ ਤੌਰ 'ਤੇ ਪੰਜਾਬ ਐਂਡ ਸਿੰਧ ਬੈਂਕ ਦੀ ਜੋ ਉਹਦੇ 'ਚ ਭੂਮਿਕਾ ਰਹੀ ਹੈਗੀ ਆ, ਉਹ ਮੇਰੇ ਖਿਆਲ ਦੇ ਵਿੱਚ ਉੱਦਾਂ ਦੇ ਕੀਰਤਨ ਦਰਬਾਰ ਜਿਹੜੇ ਹੈਗੇ ਆ ਅਸੀਂ ਅੱਜ ਤੱਕ ਨਹੀਂ ਕਰਾ ਸਕੇ ਹੈਗੇ। ਉਹ ਜਿਹੜੀ ਉਹਨਾਂ ਨੇ ਪਰੰਪਰਾ ਸ਼ੁਰੂ ਕੀਤੀ ਹੋਈ ਸੀ, ਜਿਸ ਤਰ੍ਹਾਂ ਉਹ ਡਿਸਿਪਲਿਨ 'ਚ ਹੁੰਦੇ ਸਨ, ਜਿਸ ਤਰ੍ਹਾਂ ਉਸ ਵੇਲੇ ਮਤਲਬ ਕਿ ਜਿਹੜੇ ਹਰ ਪ੍ਰਕਾਰ ਦੇ ਜਿਹੜੇ ਉੱਚ ਕੋਟੀ ਦੇ ਰਾਗੀ ਸਿੰਘ ਹੁੰਦੇ ਸਨ, ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸਨ, ਉਹ ਅੱਜ ਸਾਨੂੰ ਦਿੱਖ ਜਿਹੜੀ ਹੈਗੀ ਹੈ ਇਹਨਾਂ ਕੀਰਤਨ ਦਰਬਾਰਾਂ ਵਿੱਚ ਨਹੀਂ ਮਿਲਦੀ ਜੋ ਉਦੋਂ ਪੰਜਾਬ ਐਂਡ ਸਿੰਧ ਬੈਂਕ ਦੇ ਸਮੇਂ 'ਤੇ ਪ੍ਰਚਲਿਤ ਹੋਈ ਸੀ। ਜਾਣੀ ਕਿ ਇਹ ਸਾਰਾ ਸਮਾਗਮ ਜਿਹੜੇ ਆਯੋਜਿਤ ਕਰਵਾਉਂਦੇ ਸੀਗੇ ਉਹ ਤਾਂ ਇਹ ਫਿਰ 2010 ਤੱਕ ਇਹ ਸਾਰਾ ਕੁਝ ਚੱਲਦਾ ਰਿਹਾ? ਇਹ 2010 ਤੱਕ ਚੱਲਦਾ ਰਿਹਾ, ਉਸ ਤੋਂ ਬਾਅਦ ਇਹਦੇ 'ਚ ਖੜੋਤ ਆ ਗਈ ਹੈ। ਖੜੋਤ ਆਈ ਤਾਂ ਫਿਰ ਇੱਥੋਂ ਚੀਫ ਖਾਲਸਾ ਦੀਵਾਨ ਤੋਂ ਇਹਦੇ ਲਈ ਕੋਈ ਸਪੈਸ਼ਲ ਲੈਟਰਸ ਲਿਖੀਆਂ ਗਈਆਂ ਜਾਂ ਸਰਕਾਰ ਨਾਲ ਕੋਈ ਰਾਬਤਾ ਕੀਤਾ ਗਿਆ? ਹਾਂਜੀ, ਕੀਤਾ ਗਿਆ, ਪਰ ਇਹਦੇ 'ਚ ਕੋਈ ਮਤਲਬ ਕਿ ਉਹਦਾ ਰਿਜ਼ਲਟ ਪੋਜ਼ੀਟਿਵ ਨਹੀਂ ਆਇਆ ਹੈਗਾ। ਕੀ ਕਾਰਨ ਰਿਹਾ ਵੀ ਸਰਕਾਰ ਨੇ ਇਹਦਾ ਕੋਈ ਜਵਾਬ ਹੀ ਨਹੀਂ ਦਿੱਤਾ ਹੈਗਾ ਜਾਂ ਸਰਕਾਰ ਚਾਹੁੰਦੀ ਨਹੀਂ ਹੈਗੀ ਵੀ ਇਹ ਅਜਿਹਾ ਕੁਝ ਕੀਤਾ ਜਾਵੇ? ਕਿਉਂਕਿ ਪੰਜਾਬ ਐਂਡ ਸਿੰਧ ਬੈਂਕ ਸ਼ੁਰੂਆਤੀ ਦੌਰ ਤੋਂ ਜੇ ਅਸੀਂ ਕਹਿ ਲਈਏ ਤਾਂ ਕਰ ਰਿਹਾ ਸੀ ਇਹ ਸਾਰਾ ਕੁਝ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਐਕਚੁਅਲੀ ਜਿਹੜੇ ਸਾਡੇ ਆਪਣਾ ਉੱਪਰਲੇ ਮਤਲਬ ਕਿ ਕੇਂਦਰ ਦੇ ਵਿੱਚ ਜਿਹੜੇ ਬੈਠੇ ਹੈਗੇ ਬੰਦੇ ਭਾਵੇਂ ਕੋਈ ਵੀ ਨੇ, ਉਹ ਐਕਚੁਅਲੀ ਸਿੱਖ ਪਨੀਰੀ ਨੂੰ ਵਧਣਾ ਫੁੱਲਣਾ ਜਿਹੜਾ ਹੈਗਾ ਉਹ ਦੇਖ ਕੇ ਖੁਸ਼ ਨਹੀਂ ਹਨ। ਕਿਉਂਕਿ ਜੇ ਸਿੱਖ ਪਨੀਰੀ ਵੱਧਦੀ ਫੁੱਲਦੀ ਹੈ, ਅੱਜ ਵੀ ਮੈਂ ਦਾਅਵੇ ਨਾਲ ਕਹਿਣਾ ਕਿ ਜੇਕਰ ਕੋਈ ਦੁਨੀਆ ਦੇ ਵਿੱਚ ਖੁਸ਼ਹਾਲ ਕੌਮ ਹੈ ਇੰਨੀਆਂ ਮਤਲਬ ਕਿ ਜ਼ਿਆਦਤੀਆਂ ਦੇ ਬਾਵਜੂਦ, ਤਾਂ ਸਿੱਖ ਕੌਮ ਤੋਂ ਇਲਾਵਾ ਹੋਰ ਕੋਈ ਨਹੀਂ ਹੈਗੀ। ਅੱਜ ਵੀ ਤੁਸੀਂ ਦੇਖੋ ਵੀ ਇੱਕ ਪਾਸੇ ਹੁਣ ਰੀਸੈਂਟਲੀ ਤੁਸੀਂ ਦੇਖੋ ਕਰੋਨਾ ਕਾਲ ਆਇਆ ਜੀ, ਇਸ ਕਰੋਨਾ ਕਾਲ ਦੇ ਵਿੱਚ ਜਿੰਨੀ ਲੋਕ ਸੇਵਾ ਬਗੈਰ ਕਿਸੇ ਮਤਲਬ ਕਿ ਜਾਤ ਪਾਤ ਦੇ ਭਿੰਨ ਭੇਦ ਦੇ ਸਿੱਖ ਕੌਮ ਨੇ ਕੀਤੀ ਹੈ, ਕੋਈ ਹੋਰ ਕੌਮ ਨਹੀਂ ਕਰ ਸਕੀ। ਰੀਸੈਂਟਲੀ ਹੁਣ ਇਹ ਕਿਸਾਨ ਅੰਦੋਲਨ ਚੱਲਿਆ ਸੀਗਾ, ਹੁਣ ਇਸ ਕਿਸਾਨ ਅੰਦੋਲਨ ਦੇ ਵਿੱਚ ਵੀ ਜਿੰਨੀ ਮਤਲਬ ਕਿ ਹਰ ਪ੍ਰਕਾਰ ਦੀ ਮਦਦ ਸਿੱਖ ਕੌਮ ਨੇ ਇਸ ਅੰਦੋਲਨ 'ਚ ਕੀਤੀ ਹੈ, ਹੋਰ ਕਿਸੇ ਕੌਮ ਨੇ ਨਹੀਂ ਕੀਤੀ। ਇੱਥੋਂ ਤੱਕ ਕਿ ਖਾਲਸਾ ਏਡ ਵਾਲੇ ਤੁਸੀਂ ਸੁਣੇ ਹੋਣਗੇ ਬਈ ਬਾਹਰਲੇ ਦੇਸ਼ਾਂ ਦੇ ਵਿੱਚ ਜੋ ਖਾਲਸਾ ਏਡ ਵਾਲੇ ਕੰਮ ਕਰ ਰਹੇ ਨੇ ਲੋਕ ਸੇਵਾ ਦੇ ਹਿੱਤ ਵਿੱਚ, ਭਾਵੇਂ ਉਹ ਕਿਸੇ ਕਿਸਮ ਦਾ ਹੈਗਾ, ਉਹ ਕੋਈ ਨਹੀਂ ਕਰ ਸਕਦਾ। ਅੱਜ ਵੀ ਮਤਲਬ ਸੰਸਾਰ ਭਰ ਦੇ ਵਿੱਚ ਸਿੱਖ ਕੌਮ ਦਾ ਜਿਹੜਾ ਹੈਗਾ ਪਿਆਰ ਸਤਿਕਾਰ ਉਹ ਲੰਗਰ ਦੇ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਹਰ ਕੋਈ ਇਹ ਕਹਿੰਦਾ ਕਿ ਸਿੱਖਾਂ ਵਰਗਾ ਮਤਲਬ ਕਿ ਕੋਈ ਵੀ ਜਿਹੜਾ ਹੈਗਾ ਇਹ ਲੋਕ ਸੇਵਾ ਨਹੀਂ ਕਰ ਸਕਦਾ, ਭਾਵੇਂ ਉਹ ਦੇਸ਼ ਹੈ ਅਤੇ ਭਾਵੇਂ ਵਿਦੇਸ਼ ਹੈ। ਜਾਣੀ ਕਿ ਵੰਡ ਛਕੋ ਦੀ ਜਿਹੜੀ ਭਾਵਨਾ ਸੀਗੀ ਉਹ ਲੰਗਰ ਤੋਂ ਜਿਹੜੀ ਉਹ ਸਾਫ਼ ਦਿਖਾਈ ਜਿਹੜੀ ਮਤਲਬ ਕਿ ਇੱਕ ਪਰੰਪਰਾ ਸ਼ੁਰੂ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਸੱਚੇ ਸੌਦੇ ਰਾਹੀਂ,
ਉਹ ਮੇਰੇ ਖਿਆਲ 'ਚ ਉਹ ਐਸੇ 20 ਰੁਪਏ ਸਨ ਕਿ ਉਹਨਾਂ ਦਾ ਵਿਆਜ ਇੰਨਾ ਸਿੱਖ ਕੌਮ ਦੇ ਵਿੱਚ ਜਿਹੜਾ ਉਹਨਾਂ ਨੂੰ ਮੁੜਿਆ ਕਿ ਅੱਜ ਸਿੱਖ ਕੌਮ ਦੇ 'ਚ ਜਦੋਂ ਵੀ ਕਿਤੇ ਲੰਗਰ ਲਾਉਂਦੇ ਨੇ ਲੰਗਰ ਵੱਧ ਜਾਂਦਾ, ਕਦੇ ਤੋਟ ਨਹੀਂ ਆਈ ਕਿਤੇ। ਮਤਲਬ ਕਿ ਲੰਗਰ ਜਿੱਥੇ ਮਰਜ਼ੀ ਚੱਲੇ, ਜਿਸ ਕਿਸਮ ਦਾ ਵੀ ਚੱਲੇ, ਉਹ ਲੰਗਰ ਜਿਹੜਾ ਕਦੇ ਇਹ ਨਹੀਂ ਹੋਇਆ ਵੀ ਹਾਂ ਵੀ ਵਾਧੇ ਪੈ ਗਿਆ, ਹਮੇਸ਼ਾ ਮਤਲਬ ਕਿ ਵੱਧਦਾ ਹੀ ਹੈ, ਤੋਟ ਕਦੇ ਨਹੀਂ ਆਉਂਦੀ ਹੈਗੀ ਕਿ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਬਿਲਕੁਲ। ਸੋ ਪੰਜਾਬ ਐਂਡ ਸਿੰਧ ਬੈਂਕ ਦੀ ਗੱਲ ਕਰ ਰਹੇ ਸੀ ਤਾਂ ਲਾਸਟ ਮੇਰਾ ਸਵਾਲ ਇਹੀ ਹੈ ਕਿ ਹੁਣ ਕੀ ਆਸ ਲੱਗਦੀ ਹੈ ਵੀ ਫਿਰ ਤੋਂ ਇਹ ਸਿੱਖਾਂ ਨੂੰ ਜਿਹੜਾ ਹੈਗਾ ਇਹਦੀ ਅਗਵਾਈ ਮਿਲ ਸਕਦੀ ਹੈ ਕਿ ਜਾਂ ਫਿਰ ਸਰਕਾਰ ਇੱਥੇ ਵੀ ਟਾਲ ਮਟੋਲ ਕਰ ਰੱਖੂਗੀ? ਨਹੀਂ, ਬਿਲਕੁਲ ਟਾਲ ਮਟੋਲ ਕਰਕੇ ਜੀ, ਜੇ ਸਰਕਾਰ ਨੇ ਮਤਲਬ ਕਿ ਇਹਨੂੰ ਸਿੱਖਾਂ ਦੇ ਹੱਕ 'ਚ ਰੱਖਣਾ ਹੁੰਦਾ ਤਾਂ ਉਹ ਪਹਿਲੀ ਗੱਲ ਤਾਂ ਇਹਨੂੰ 1980 ਦੇ ਵਿੱਚ ਜਦੋਂ ਕਿ ਇਹਦਾ ਬਹੁਤ ਵਿਰੋਧ ਹੋਇਆ ਸੀ ਵੀ ਇਹਨੂੰ ਤੁਸੀਂ ਨੈਸ਼ਨਲਾਈਜ਼ ਨਾ ਕਰੋ, ਤਾਂ ਉਦੋਂ ਸਰਕਾਰ ਨੇ, ਹਾਲਾਂਕਿ ਜਿਹੜੇ ਸਨ ਸਰਕਾਰ ਦੇ ਵਿੱਚ ਉਸ ਵੇਲੇ ਬੰਦੇ ਬੈਠੇ ਸਨ ਉਹ ਸਿੱਖ ਪੱਖੀ ਵੀ ਸਨ, ਪਰ ਉਹਨਾਂ ਦੀ ਕੋਈ ਉੱਥੇ ਚੱਲੀ ਨਹੀਂ ਹੈਗੀ। ਉਹਨਾਂ ਨੂੰ ਮਤਲਬ ਕਿ ਆਪਣੀ ਸਰਕਾਰ ਦੇ ਨਾਲ ਹਾਂ ਮਿਲਾਉਣੀ ਪਈ। ਅਤੇ ਹੁਣ ਤਾਂ ਜਿਹੜੇ ਹੈਗੇ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਪੱਖ ਇਹਨਾਂ ਦਾ ਕਿ ਇਹ ਮਤਲਬ ਕਿ ਇਸ ਬੈਂਕ ਨੂੰ ਮੁੜ ਕੇ ਸਿੱਖ ਪੱਖੀ ਬਣਾਉਣ ਵਾਸਤੇ ਕਿਸੇ ਕਿਸਮ ਦੀ ਕੋਈ ਪਹਿਲ ਕਦਮੀ ਕਰਨ। ਕਿ ਪੰਜਾਬ ਸਰਕਾਰ ਨੂੰ ਇਹਦੇ ਤੇ ਕੋਈ ਕੁਝ ਬੋਲਣਾ ਚਾਹੀਦਾ ਸੀਗਾ, ਕਿਉਂਕਿ ਹਾਲਾਂ ਤੱਕ ਪੰਜਾਬ ਸਰਕਾਰ ਹੈ ਉਹਦਾ ਕੋਈ ਇਸ 'ਤੇ ਬਿਆਨ ਨਹੀਂ ਆਇਆ, ਕਿਉਂਕਿ ਪੰਜਾਬ ਦੀ ਬੈਂਕ ਸੀਗੀ, ਪੰਜਾਬ ਦੇ ਵਿੱਚ ਬਣੀ, ਪੰਜਾਬ ਦੇ ਵਿੱਚ ਹੀ ਪ੍ਰਫੁੱਲਤ ਹੋਈ, ਪੰਜਾਬ ਦੇ ਲੋਕਾਂ ਨੂੰ ਹੀ ਸੇਵਾਵਾਂ ਦਿੰਦੀ ਰਹੀ। ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਜਿੰਨੀਆਂ ਸਰਕਾਰਾਂ ਹੁਣ ਤੱਕ ਰਹੀਆਂ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਇਸ ਵਾਸਤੇ, ਭਾਵੇਂ ਉਹ ਕਾਂਗਰਸ ਸਰਕਾਰ ਸੀ ਅਤੇ ਭਾਵੇਂ ਅੱਜ ਮਤਲਬ ਕਿ ਦੂਜੀ ਸਰਕਾਰ ਹੈ, ਭਾਵੇਂ ਅਕਾਲੀ ਸਰਕਾਰ ਬੜੀ ਦੇਰ ਰਹੀ ਇੱਥੇ। ਮੇਰਾ ਖਿਆਲ 'ਚ ਮੈਂ ਨਹੀਂ ਸੁਣਿਆ ਮਤਲਬ ਕਿ ਅੱਜ ਤੱਕ ਅਕਾਲੀਆਂ ਵੱਲੋਂ ਕਿਸੇ ਮਤਲਬ ਕਿ ਚੀਫ ਮਿਨਿਸਟਰ ਨੇ, ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ, ਇਹਨਾਂ 'ਚੋਂ ਕਿਸੇ ਨੇ ਵੀ ਮਤਲਬ ਕਿ ਜਿਹੜਾ ਹੈਗਾ ਇਹ ਰੋਸ ਪ੍ਰਗਟ ਕੀਤਾ ਹੋਵੇ ਕਿ ਇਹ ਸਾਡਾ ਬੈਂਕ ਜਿਹੜਾ ਹੈਗਾ ਇਹ ਸਿੱਖਾਂ ਨੇ ਸ਼ੁਰੂ ਕੀਤਾ ਸੀ, ਪੰਜਾਬੀਆਂ ਨੇ ਸ਼ੁਰੂ ਕੀਤਾ ਸੀ, ਅਤੇ ਇਸ ਕਰਕੇ ਪੰਜਾਬੀਆਂ ਨੂੰ ਇਹਦੀ ਜਿਹੜੀ ਹੈਗੀ ਵਾਗਡੋਰ ਜਿਹੜੀ ਹੈਗੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬੀ ਤੋਂ ਇਹਦੀ ਵਾਗਡੋਰ ਨਹੀਂ ਖੋਣੀ ਚਾਹੀਦੀ। ਹੁਣ ਜਦੋਂ ਗੱਲ ਕਰਦੇ ਹਾਂ ਤਾਂ ਇਹਦੇ 'ਤੇ ਬਿਆਨ ਜਿਹੜਾ ਸੀਗਾ ਉਹ ਐਸਜੀਪੀਸੀ ਪ੍ਰਧਾਨ ਸਾਹਿਬ ਦਾ ਜ਼ਰੂਰ ਆਉਂਦਾ ਹੈਗਾ, ਮੰਦਭਾਗਾ ਵੀ ਉਹਨਾਂ ਨੇ ਇਸ ਨੂੰ ਕਿਹਾ, ਪਰੰਤੂ ਕੀ ਲੱਗਦਾ ਹੈ ਵੀ ਐਸਜੀਪੀਸੀ ਜਾਂ ਸ਼੍ਰੋਮਣੀ ਗੁਰਦੁਆਰਾ ਅਕਾਲੀ ਦਲ ਜਿਹੜਾ ਹੈ ਵੀ ਉਹ ਸਿਰਫ ਬਿਆਨ ਕਰ ਰਿਹਾ ਇਸ ਚੀਜ਼ ਨੂੰ ਕਿ ਜਾਂ ਇਹਦੇ 'ਤੇ ਕੋਈ ਐਕਸ਼ਨ ਵੀ ਲੈ ਸਕਦਾ? ਨਹੀਂ, ਜੇ ਤਾਂ ਦੇਖੋ ਜੀ ਉਹਨਾਂ ਨੇ ਵਾਕਿਆ ਹੀ ਐਕਸ਼ਨ ਲੈਣਾ ਹੁੰਦਾ ਤਾਂ ਰੋਸ ਹੋ ਜਾਓ ਕੁਛ ਵੀ ਕਰ ਸਕਦੇ ਸਨ ਜੀ। ਹਾਂਜੀ, ਹੁਣ ਇਹ ਦੋਨੇ ਮਤਲਬ ਕਿ ਲੋਕ ਸਭਾ ਦੇ ਮੈਂਬਰ ਨੇ, ਇਸਤੀਫਾ ਦੇ ਸਕਦੇ ਸਨ। ਹਾਂਜੀ, ਵੀ ਜਾਂ ਤਾਂ ਇੱਦਾਂ ਕਰੋ ਤੁਸੀਂ, ਅਤੇ ਪਰ ਇਹੋ ਜਿਹਾ ਕਿਸੇ ਕਿਸਮ ਦਾ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਹੈਗਾ, ਜਾਂ ਘੱਟੋ ਘੱਟ ਇੱਦਾਂ ਹੀ ਕਰ ਦਿੰਦੇ ਜਿੰਨੇ ਐਸਜੀਪੀਸੀ ਦੇ ਅਕਾਊਂਟਸ ਨੇ ਉਹ ਸਾਰੇ ਪੰਜਾਬ ਐਂਡ ਸਿੰਧ ਬੈਂਕ ਤੋਂ ਖੋਹ ਲੈਂਦੇ। ਕਿਸੇ ਹੋਰ ਨੇ ਕੋਈ ਇੱਦਾਂ ਦੀ ਮਤਲਬ ਕਿ ਅਗਰ ਐਕਸ਼ਨ ਲੈਂਦੇ ਤਾਂ ਸ਼ਾਇਦ ਮਤਲਬ ਕਿ ਸਰਕਾਰ ਦੇ ਉੱਤੇ ਕੋਈ ਅਸਰ ਹੋ ਸਕਦਾ ਸੀ, ਪਰ ਇਹ ਇਕੱਲੀ ਬਿਆਨਬਾਜ਼ੀ ਨਾਲ ਤਾਂ ਕੁਛ ਨਹੀਂ ਹੁੰਦਾ ਹੈਗਾ। ਉਹਨਾਂ ਨੂੰ ਹੀ ਪਤਾ ਹੈ ਕਿ ਇਹ ਬਿਆਨ ਜਿਹੜੇ ਹੈਗੇ ਆ ਇਹਨਾਂ ਦੇ ਪਿੱਛੇ ਭਾਵਨਾ ਕੀ ਹੈ, ਇਹਨਾਂ ਦੇ ਹੈਗੀ ਆ। ਸੋ ਇਸ ਕਰਕੇ ਜਾਂ ਤਾਂ ਕੋਈ ਪ੍ਰੈਕਟੀਕਲ ਕਦਮ ਚੁੱਕਣ ਨਾ, ਭਾਵੇਂ ਐਸਜੀਪੀਸੀ ਹੋਵੇ, ਭਾਵੇਂ ਸ਼੍ਰੋਮਣੀ ਅਕਾਲੀ ਦਲ, ਕੋਈ ਵੀ ਪਾਰਟੀ ਹੋਵੇ, ਜਿਹੜੀ ਵੀ ਮਤਲਬ ਕਿ ਸਿੱਖ ਜਥੇਬੰਦੀ ਹੈ ਜਿਹਦੇ ਅੰਦਰ ਸਿੱਖੀ ਸਿਦਕ ਦਾ ਪਿਆਰ ਹੈਗਾ, ਜਿਹਦੇ ਅੰਦਰ ਸਿੱਖੀ ਸਿਦਕ ਦੀ ਕੋਈ ਮਤਲਬ ਕਿ ਜਿਹੜੀ ਹੈਗੀ ਹੈ ਚਿਣਗ ਹੈਗੀ ਹੈ, ਉਹਨੂੰ ਮਤਲਬ ਕਿ ਕੋਈ ਪ੍ਰੈਕਟੀਕਲੀ ਜਿਹੜਾ ਹੈਗਾ ਕੋਈ ਐਕਸ਼ਨ ਲੈਣਾ ਚਾਹੀਦਾ, ਤਾਂ ਹੀ ਤਾਂ ਸਰਕਾਰ ਕੋਈ ਇਹਦੇ ਧਿਆਨ ਦੇਵੇਗੀ। ਅਤੇ ਜੇ ਕੇਵਲ ਉਹ ਤਾਂ ਅਖਬਾਰਾਂ 'ਚ ਅਸੀਂ ਆਪਣਾ ਬਿਆਨ ਹੀ ਦੇਣੇ ਆ, ਉਹ ਬਿਆਨ ਦੇਣ ਨਾਲ ਕੋਈ ਅਸਰ ਨਹੀਂ ਹੋ ਸਕਦਾ ਹੈਗਾ। ਬਿਲਕੁਲ, ਸਾਡੇ ਨਾਲ ਮੌਜੂਦ ਸਨ ਡਾਕਟਰ ਜਸਬੀਰ ਸਿੰਘ। ਔਰ ਪੰਜਾਬ ਐਂਡ ਸਿੰਧ ਬੈਂਕ ਦਾ ਸ਼ੁਰੂਆਤੀ ਦੌਰ ਤੋਂ ਗੱਲ ਕੀਤੀ ਕਿ ਕਿੱਥੋਂ ਸ਼ੁਰੂਆਤ ਹੋਈ। ਭਾਈ ਵੀਰ ਸਿੰਘ ਹੋਣਾ ਦੇ ਮਨ ਦੇ ਵਿੱਚ ਜਿਹੜਾ ਫੁਰਨਾ ਫੁਰਿਆ ਸੀਗਾ ਉਹ ਅੱਜ ਪ੍ਰਫੁੱਲਤ ਹੋ ਕੇ ਕਿੱਥੋਂ ਤੱਕ ਪਹੁੰਚ ਚੁੱਕਿਆ ਔਰ ਲੋਕਾਂ ਨੂੰ ਸੇਵਾਵਾਂ ਜਿਹੜੀਆਂ ਬੇਸ਼ੱਕ ਦੇ ਰਿਹਾ, ਪਰੰਤੂ ਕੁਝ ਚੀਜ਼ਾਂ ਨੂੰ ਲੈ ਕੇ ਜਿਹੜਾ ਸਿੱਖਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਜਿਹੜਾ ਉਹ ਜ਼ਰੂਰ ਹੈਗਾ। ਪਹਿਲਾਂ ਤਾਂ 1980 ਦੇ ਵਿੱਚ ਜਦੋਂ ਇਸ ਦਾ ਕੇਂਦਰੀਕਰਨ ਕੀਤਾ ਗਿਆ ਤਾਂ ਉਦੋਂ ਵੀ ਜਿਹੜਾ ਸੀਗਾ ਰੋਸ ਆਇਆ, ਤਾਂ ਹੁਣ ਜਦੋਂ ਉੱਥੇ ਅਗਵਾਈ ਕਰਨ ਵਾਲੇ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਸੀਗਾ ਵੀ ਉਹ ਸਿੱਖ ਚਿਹਰੇ ਨੂੰ ਰੱਖਦੇ, ਔਰ ਇਸ ਚੀਜ਼ ਨੂੰ ਲੈ ਕੇ ਵੀ ਰੋਸ ਜਿਹੜਾ ਆ ਉਹ ਸਿੱਖਾਂ ਦੇ ਮਨਾਂ ਵਿੱਚ ਹੈਗਾ। ਪਰੰਤੂ ਸਰਕਾਰਾਂ ਨੂੰ ਲਿਖਣ ਦੇ ਬਾਵਜੂਦ ਵੀ ਉਹਨਾਂ ਦਾ ਕਹਿਣਾ ਹੈ ਕਿ ਜਵਾਬ ਜਿਹੜੇ ਨੇ ਕੋਈ ਸਾਰਥਕ ਨਹੀਂ ਆਉਂਦੇ ਜਾਂ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣੀ ਨਹੀਂ ਜਾ ਰਹੀ ਹੈ।